परम सत्कारयोग गुरु रूप गुरु प्यारी गुरु खालसा साध संगत जी, आओ सब तो पहला शहीद पिता दे पुत्र, शहीद पुत्रां दे पिता सरबंस दानी साहिबे कमाल धन गुरु गोबिंद सिंह महाराज जियां वल्लों बख्शिश कीती होई फतेह बुलाइए। कोई भी रसना वांझी नारे सारी संगत गज के आखो जी, वाहिगुरु जी का खालसा वाहिगुरु जी की फतेह। सतगुरु जियां ने अपार रहमत कीती है, अपार बख्शिश कीती है, जो कि सानू कलयुग दे भयानक समय अंदर सतसंग दियां वडमुलियां घड़ियां बख्शिश कीतियां हन। जिवें कि आप जियां नू पता ही है, धन श्री गुरु ग्रंथ साहिब महाराज जियां दी अपार रहमत सदका, अपार किरपा सदका, शहीदां दे सरताज शांति दे पुंज सतगुरु धन धन साहिब श्री गुरु अर्जन देव महाराज जियां वल्लों उचारण कीती हुई बाणी श्री सुखमनी साहिब जियां दी आपां लड़ीवार कथा विचार करते आ रहे हाँ। आप जियां ने 23 अष्टपदियां तक बाणी दी विचार सरवण कीती है। आओ अज 24वीं अष्टपदी दी विचार आरंभ होण लगी है। सतगुरु जी इस अष्टपदी अंदर साडे ते की रहमत कर रहे ने, की बख्शिश कर रहे ने, आओ सरवण करिए। सलोक पूरा प्रभ आराध्या, पूरा जाका नाओ, नानक पूरा पाया, पूरे के गुण गाओ। धन गुरु अर्जन देव महाराज कहंदे पूरा प्रभ आराध्या। मैं उस अकाल पुरख वाहिगुरु जी दा सिमरन कीता जिहड़ा परमात्मा पूਰਨ है। नहीं तां गुरमुखो दुनिया विच कई अपने आप नूं रब मन्नी बैठे है, पर वो पूरे नहीं है, अधूरे है। अधूरे दे लड़ लगोगे तां डुब जावांगे। पूरे परमात्मा दे लड़ लगो, जिन्हां दे नाल सानू धन श्री गुरु ग्रंथ साहिब महाराज जी दी बाणी जोड़ रही है। महाराज कहंदे मैं पूरे परमात्मा दा जदों सिमरन कीता, किहड़ा परमात्मा? पूरा जाका नाओ, जेड़े परमात्मा दा नाम भी पूरा है, नाम भी अटल है, जेड़े परमात्मा दा नाम खत्म होने वाला नहीं है। दुनिया विच हर एक चीज खत्म हो जाएगी, नाशवंत है, पर परमात्मा दा नाम अटल है, सच्चा है, पूरा है। मैं परमात्मा दा नाम सिमरिया, नानक पूरा पाया। जदों मैं परमात्मा दा सिमरन कीता, वाहिगुरु जी नूं याद कीता, मैं पूरे परमात्मा नूं पा लिया। मैनूं परमात्मा वाहिगुरु जी मिल गए। पूरे के गुण गाओ। महाराज कहंदे हे भाई तुसीं भी ओ पूरे परमात्मा दे गुण गाओ। ਇਹ ਜੀਵ ਦਾ ਅਸਲ ਵਿੱਚ ਸੰਸਾਰ ਵਿੱਚ ਆਉਣ ਦਾ ਮਨੋਰਥ ਹੀ ਇਹ ਹੈ, ਪ੍ਰਯੋਜਨ ਹੀ ਇਹ ਹੈ ਵੀ ਆਪਣੀ ਜ਼ਿੰਦਗੀ ਅੰਦਰ ਰਹਿ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੇ, ਵਾਹਿਗੁਰੂ ਜੀ ਨੂੰ ਯਾਦ ਕਰੇ। ਇਹ ਸੰਸਾਰ ਅੰਦਰ ਇਹ ਧੰਦੇ ਕਰਨ ਵਾਸਤੇ ਨਹੀਂ ਆਇਆ, ਖਾਣ ਪੀਣ ਵਾਸਤੇ ਨਹੀਂ ਆਇਆ, ਪੁੱਤਰ ਧੀ ਪਾਲਣ ਵਾਸਤੇ ਜਾਂ ਪੈਸਾ ਜਮ੍ਹਾਂ ਕਰਨ ਵਾਸਤੇ ਨਹੀਂ ਆਇਆ। ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਪੁੱਛਾਂਗੇ, ਮਹਾਰਾਜ ਆ ਸਰੀਰ ਸਾਨੂੰ ਕਿਉਂ ਮਿਲਿਆ ਹੈ, ਅਸੀਂ ਦੁਨੀਆ ਵਿੱਚ ਕਿਉਂ ਆਏ ਆ, ਫਿਰ ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਮਨਾ ਤੂੰ ਸੰਸਾਰ ਅੰਦਰ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਆਇਆ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ, छिन छिन औद विहात है, फूटे घट जो पानी। तेरी जिंदगी दा समा निकल रहा है,
ਜਿਵੇਂ ਫੁੱਟਿਆ ਘੜਾ ਹੁੰਦਾ, ਉਹਦੇ ਵਿੱਚੋਂ ਪਾਣੀ ਨਿਕਲਦਾ ਹੀ ਨਿਕਲਦਾ ਰਹਿੰਦਾ, ਇੱਕ ਦਿਨ ਘੜਾ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਐ ਮਨਾ, ਤੂੰ ਸੰਸਾਰ ਅੰਦਰ ਰਾਇਆ, ਤੇਰਾ ਜੀਵਨ ਵੀ ਫੁੱਟੇ ਹੋਏ ਘੜੇ ਦੇ ਵਾਂਗ ਹੈ। ਜਿਹੜੇ ਘੜੇ ਦੇ ਵਿੱਚੋਂ ਸਵਾਸ ਨਿਕਲ ਰਹੇ ਹੈ, ਨਿਕਲਦਿਆਂ ਇੱਕ ਦਿਨ ਤੇਰਾ ਸਰੀਰ ਡੈੱਡ ਹੋ ਜਾਏਗਾ। ਪਰ ਅਸਲ ਵਿੱਚ ਤੂੰ ਕੀ ਕਰਨ ਵਾਸਤੇ ਆਇਆ? ਸੰਸਾਰ ਅੰਦਰ ਤੂੰ ਨਾਮ ਜਪਣ ਵਾਸਤੇ ਆਇਆ, ਤੂੰ ਵਾਹਿਗੁਰੂ ਜੀ ਨੂੰ ਚੇਤੇ ਕਰਨ ਵਾਸਤੇ ਆਇਆ। ਤੇਰੇ ਜ਼ਿੰਦਗੀ ਦਾ ਪ੍ਰਯੋਜਨ ਹੈ। ਨਾਨਕ ਪੂਰਾ ਪਾਇਆ, ਉਹ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ? ਪੂਰੇ ਕੇ ਗੁਣ ਗਾਓ। ਪੂਰੇ ਪ੍ਰਮਾਤਮਾ ਨੂੰ ਯਾਦ ਕੀਤਿਆਂ ਵਾਹਿਗੁਰੂ ਜੀ ਨੂੰ ਜਦੋਂ ਅਸੀਂ ਭਾ ਗਏ ਤਾਂ ਸਾਡਾ ਜ਼ਿੰਦਗੀ ਵਿੱਚ ਆਏ ਦਾ ਸਮਾਂ ਸਫਲ ਹੋ ਜਾਏਗਾ। ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਆਪਣੇ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ, ਸਤਿਗੁਰੂ ਜੀ ਦੀ ਸਿੱਖਿਆ ਨੂੰ ਸੁਣ। ਮਨਾ, ਬਾਹਰ ਕਿਹਨਾਂ ਦੀ ਸਿੱਖਿਆ ਸੁਣ ਰਿਹਾ ਹੈ? ਆਪਣੇ ਗੁਰੂ ਜੀ ਦੀ ਵੀ ਕਿਤੇ ਸੁਣ ਕੇ ਦੇਖ ਲਾ। ਪਰਿਵਾਰ ਦੀ ਸੁਣ ਲਈ, ਰਿਸ਼ਤੇਦਾਰਾਂ ਦੀ ਸੁਣ ਲਈ, ਆਪਣੇ ਪੁੱਤਰ ਧੀਆਂ ਦੀ ਸੁਣ ਲਈ, ਮਾਂ-ਬਾਪ ਦੀ ਸੁਣ ਲਈ, ਕਿਤੇ ਗੁਰੂ ਦੀ ਵੀ ਸੁਣ ਕੇ ਦੇਖ। ਗੁਰੂ ਤੈਨੂੰ ਕੀ ਕਹਿ ਰਿਹਾ ਹੈ? ਪਾਰ ਬ੍ਰਹਮ ਨਿਕਟ ਕਰ ਪੇਖ। ਸਤਿਗੁਰੂ ਜੀ ਕਹਿ ਰਹੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਨੇੜੇ ਜਾਣ। ਉਹ ਪਰਮਾਤਮਾ ਕੋਈ ਸੱਤਵੇਂ ਅਸਮਾਨ ਤੇ ਨਹੀਂ ਬੈਠਾ। ਸਾਡੇ ਮਨ ਵਿੱਚ ਭੁਲੇਖਾ ਹੈ ਵੀ ਪਰਮਾਤਮਾ ਗੁਰਦੁਆਰੇ, ਮੰਦਿਰ ਜਾਂ ਮਸਜਿਦ ਵਿੱਚ ਹੀ ਹੈ। ਨਹੀਂ ਮਨਾ, ਆ ਪਰਮਾਤਮਾ ਦਾ ਪੂਰਾ ਹੀ ਘਰ ਹੈ। ਜਿਵੇਂ ਤੂੰ ਗੁਰਦੁਆਰੇ ਜਾ ਕੇ ਤੇਰੇ ਮਨ ਵਿੱਚ ਭੈ ਹੁੰਦਾ ਵੀ ਇੱਥੇ ਮੈਨੂੰ ਰੱਬ ਦੇਖ ਰਿਹਾ, ਤੂੰ ਮੰਦਿਰ ਵਿੱਚ ਜਾਣਾ, ਤੇਰੇ ਮਨ ਵਿੱਚ ਡਰ ਹੁੰਦਾ ਵੀ ਮੰਦਿਰ ਵਿੱਚ ਗਿਆ ਮੇਰੇ ਕੋਲੋਂ ਕੋਈ ਗਲਤੀ ਨਾ ਹੋ ਜਾਏ। ਤੂੰ ਮਸਜਿਦ ਵਿੱਚ ਜਾਣਾ, ਤੇਰੇ ਮਨ ਵਿੱਚ ਡਰ ਹੁੰਦਾ ਵੀ ਮੈਂ ਇੱਥੇ ਕੋਈ ਗਲਤ ਕੰਮ ਨਹੀਂ ਕਰਨਾ। ਕਿਉਂ? ਕਿਉਂਕਿ ਇਹ ਰੱਬ ਦਾ ਘਰ ਹੈ। ਜੇ ਇਨਸਾਨ ਪੂਰੀ ਦੁਨੀਆ ਨੂੰ ਕਿਤੇ ਰੱਬ ਦਾ ਘਰ ਸਮਝ ਲਏ, ਫਿਰ ਜਿੰਨੇ ਅੱਜ ਦੁਨੀਆ ਵਿੱਚ ਪਾਪ ਹੋ ਰਹੇ ਹੈ, ਜਿੰਨੇ ਕੋ ਕਰਮ ਹੋ ਰਹੇ ਹੈ, ਮਹਾਰਾਜ ਕਹਿੰਦੇ ਇਹ ਸਾਰੇ ਖਤਮ ਹੋ ਜਾਣਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਿੱਖ ਨੂੰ ਇਹੀ ਉਪਦੇਸ਼ ਦੇ ਰਹੀ ਹੈ। ਪਾਰ ਬ੍ਰਹਮ ਨਿਕਟ ਕਰ ਪੇਖ। ਉਹ ਪਰਮਾਤਮਾ ਨੂੰ ਆਪਣੇ ਨੇੜੇ ਜਾਣ, ਉਹ ਵਾਹਿਗੁਰੂ ਜੀ ਨੂੰ ਆਪਣੇ ਕੋਲ ਜਾਣ, ਉਹਨੂੰ ਕਿਤੇ ਦੂਰ ਬੈਠਾ ਨਾ ਜਾਣ। ਇਹ ਨਾ ਸਮਝ ਵੀ ਮੈਂ ਗੁਰਦੁਆਰਾ ਸਾਹਿਬ ਜਾਣਾ, ਮੈਂ ਇੱਥੇ ਸੇਵਾ ਕਰਾਂ। ਕਿਉਂ? ਕਿਉਂਕਿ ਮੈਨੂੰ ਰੱਬ ਦੇਖਦਾ, ਮੇਰੀ ਸੇਵਾ ਤੋਂ ਖੁਸ਼ ਹੋ ਕੇ ਮੈਨੂੰ ਮੁਰਾਦਾਂ ਦੇਗਾ। ਪਰ ਨਹੀਂ ਮਨਾ, ਤੂੰ ਜਦੋਂ ਗੱਦੀ ਤੇ ਬੈਠਾ ਹੈ ਨਾ, ਆਪਣੀ ਦੁਕਾਨ ਦੀ ਗੱਦੀ ਤੇ, ਉੱਥੇ ਵੀ ਪ੍ਰਮਾਤਮਾ ਨੂੰ ਚੇਤੇ ਰੱਖ ਵੀ ਇੱਥੇ ਵੀ ਮੈਨੂੰ ਰੱਬ ਦੇਖ ਰਿਹਾ। ਮੈਂ ਕਿਸੇ ਦਾ ਹੱਕ ਨਹੀਂ ਮਾਰਨਾ। ਕੋਈ ਵੀ ਕੰਮ ਕਰਦੇ ਹੋ, ਆਪਣੇ ਕੰਮ ਕਰਦੇ ਕਰਦੇ ਰੱਬ ਨੂੰ ਚੇਤੇ ਰੱਖੋ। ਜੇ ਤੁਹਾਨੂੰ ਕੰਮ ਕਰਦੇ ਕਰਦੇ ਰੱਬ ਯਾਦ ਆ, ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਜੇ ਤੂੰ ਰੱਬ ਨੂੰ ਆਪਣੇ ਕੋਲ ਸਮਝੇਗਾ, ਤੇਰੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਦੂਰ ਹੋ ਜਾਣਗੇ। ਅੱਜ ਦੁੱਖ ਕਿਹੜੀ ਗੱਲ ਦੇ ਹੈ? ਦੁੱਖ ਇਸੇ ਗੱਲ ਦੇ ਹੈ, ਰੱਬ ਨੂੰ ਦੂਰ ਮੰਨੀ ਬੈਠੇ ਆ, ਮਾੜੇ ਕਰਮ ਕਰਦੇ ਆ ਤੇ ਬਾਅਦ ਵਿੱਚ ਦੁਖੀ ਹੁੰਦੇ ਆ। ਜਿਵੇਂ ਗੁਰਦੁਆਰੇ ਵਿੱਚ ਜਾ ਕੇ, ਮੰਦਿਰ ਵਿੱਚ ਜਾ ਕੇ, ਮਸਜਿਦ ਵਿੱਚ ਜਾ ਕੇ ਰੱਬ ਸਾਡੇ ਜ਼ਿਹਨ ਵਿੱਚ, ਦਿਮਾਗ ਵਿੱਚ ਰਹਿੰਦਾ ਵੀ ਇੱਥੇ ਗਲਤ ਕੰਮ ਨਹੀਂ ਕਰਨਾ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਵੀ ਰੱਬ ਨੂੰ ਹਰ ਜਗ੍ਹਾ ਮੌਜੂਦ ਸਮਝੀਏ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਆ ਜਿੰਨੇ ਜੀਵ ਬਣਾਏ ਐ, ਇਹ ਰੱਬ ਦੇ ਬਣਾਏ ਐ। ਇਹਨਾਂ ਵਿੱਚ ਰੱਬ ਨੂੰ ਦੇਖ। ਪਰਮਾਤਮਾ ਆਪਣੇ ਬਣਾਏ ਹੋਏ ਜੀਵਾਂ ਦੇ ਵਿੱਚ ਹੈ। ਜੇ ਤੂੰ ਇਹਨਾਂ ਵਿੱਚੋਂ ਰੱਬ ਨੂੰ ਨਹੀਂ ਦੇਖਦਾ, ਫਿਰ ਮਨਾ ਤੇਰੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ।
ਮਹਾਰਾਜ ਕਹਿੰਦੇ ਪਾਰ ਬ੍ਰਹਮ ਨਿਕਟ ਕਰ ਪੇਖ। ਜਿਹਨੇ ਰੱਬ ਨੂੰ ਨੇੜੇ ਜਾਣਿਆ, ਜਿਹਨੇ ਵਾਹਿਗੁਰੂ ਜੀ ਨੂੰ ਆਪਣੇ ਕੋਲ ਜਾਣਿਆ, ਉਹ ਆਪਣੀ ਜ਼ਿੰਦਗੀ ਅੰਦਰ ਕਦੇ ਗਲਤ ਕੰਮ ਨਹੀਂ ਕਰਦਾ। ਉਹ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਂਦਾ ਹੈ। ਸਾਸ ਸਾਸ ਸਿਮਰੋ ਗੋਵਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਸਿਮਰੋ ਗੋਵਿੰਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਮਝਾ ਵੀ ਮਨਾ, ਹਰ ਇੱਕ ਸਾਹ ਦੇ ਨਾਲ, ਹਰ ਇੱਕ ਦਮ ਦੇ ਨਾਲ ਉਹ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰ। ਦੇਖ ਪਰਮਾਤਮਾ ਨੇ ਕਿੰਨੇ ਕੀਮਤੀ ਤੈਨੂੰ ਸਵਾਸ ਦਿੱਤੇ ਹੈ। ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ ਹੈ। ਵੱਡੇ ਤੋਂ ਵੱਡਾ ਡਾਕਟਰ ਹੋਵੇ ਨਾ, ਮਰੇ ਹੋਏ ਇਨਸਾਨ ਵਿੱਚ ਸਵਾਸ ਨਹੀਂ ਪਾ ਸਕਦਾ। ਐਨੇ ਕੀਮਤੀ ਸਵਾਸ ਹੈ। ਜਿਹੜਾ ਸਹੀ ਸਲਾਮਤ ਇਨਸਾਨ ਦਿਨ ਵਿੱਚ 24,000 ਸਵਾਸ ਲੈਂਦਾ, ਤਾਂ ਦੇਖੋ ਕਿੰਨੀ ਸਾਡੀ ਉਮਰ ਹੋ ਗਈ। ਪਰਮਾਤਮਾ ਨੇ ਕਿੰਨੇ ਸਾਨੂੰ ਸਵਾਸ ਦੇ ਦਿੱਤੇ। ਇਹ ਸਵਾਸਾਂ ਦੀ ਬੜੀ ਕੀਮਤ ਹੈ। ਇਹ ਬੜੇ ਅਣਮੁੱਲੇ ਸਵਾਸ ਹਨ। ਇਹਨਾਂ ਸਵਾਸਾਂ ਦੀ ਕੀਮਤ ਨੂੰ ਜਾਣਦੇ ਹੋਏ ਮਹਾਰਾਜ ਕਹਿੰਦੇ ਮਨਾ, ਤੂੰ ਹਰ ਇੱਕ ਸਾਹ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰ। ਜਿਹੜੇ ਵਾਹਿਗੁਰੂ ਜੀ ਨੇ ਤੈਨੂੰ ਸਾਹ ਦਿੱਤੇ ਹੈ, ਤੂੰ ਵੀ ਉਹਦਾ ਸ਼ੁਕਰ ਕਰਿਆ ਕਰ। ਮਨ ਅੰਤਰ ਕੀ ਉਤਰੈ ਚਿੰਤ। ਜੇ ਤੂੰ ਵਾਹਿਗੁਰੂ ਜੀ ਨੂੰ ਯਾਦ ਕਰੇਗਾ, ਜੇ ਤੂੰ ਹਰ ਇੱਕ ਸਾਹ ਦੇ ਨਾਲ ਪਰਮਾਤਮਾ ਨੂੰ ਚੇਤੇ ਕਰੇਗਾ, ਤਾਂ ਤੇਰੇ ਮਨ ਅੰਦਰ ਜਿੰਨੀਆਂ ਚਿੰਤਾ ਹਨ ਉਹ ਮਿਟ ਜਾਣਗੀਆਂ। ਮਨ ਅੰਤਰ ਕੀ ਉਤਰੈ ਚਿੰਤ। ਮਨ ਦੀਆਂ ਸਾਰੀਆਂ ਚਿੰਤਾਵਾਂ ਤੇਰੀਆਂ ਮਿਟ ਜਾਣਗੀਆਂ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਸ ਅਨਿਤ ਤਿਆਗੋ ਤਰੰਗ। ਅਨਿਤ ਤੋਂ ਭਾਵ ਹੈ ਜਿਹੜੀਆਂ ਚੀਜ਼ਾਂ ਨਾ ਰਹਿਣ ਵਾਲੀਆਂ ਹੋਣ। ਸਤਿਗੁਰੂ ਜੀ ਦੀ ਬਾਣੀ ਕਹਿ ਰਹੀ ਹੈ, ਆ ਆਪਣੇ ਮਨ ਨੂੰ ਸਮਝਾਈਏ ਵੀ ਨਾ ਰਹਿਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਨੂੰ ਛੱਡ ਦੇ। ਆਪਣੇ ਮਨ ਅੰਦਰ ਕਿਹੜੀਆਂ ਆਸਾਂ ਬਣਾਈ ਬੈਠਾ? ਮੈਨੂੰ ਵਧੀਆ ਘਰ ਮਿਲ ਜਾਏ, ਮੇਰੇ ਕੋ ਵਧੀਆ ਕਾਰ ਆ ਜਾਏ, ਮੇਰੇ ਕੋ ਇੰਨਾ ਪੈਸਾ ਆ ਜਾਏ ਜਿੰਨਾ ਪੈਸਾ ਦੁਨੀਆ ਕੋਲ ਹੋਏ ਨਾ। ਇਹ ਤਾਂ ਨਾਸਵੰਤ ਚੀਜ਼ਾਂ ਹਨ। ਉਹ ਚੀਜ਼ ਮੰਗ ਜਿਹੜੀ ਚੀਜ਼ ਸਦਾ ਰਹਿਣ ਵਾਲੀ ਹੈ। ਪਰਮਾਤਮਾ ਵਾਹਿਗੁਰੂ ਜੀ ਜੇ ਕਿਤੇ ਤੇਰੇ ਤੇ ਤਰੁੱਠ ਗਏ, ਤੈਨੂੰ ਖੁਸ਼ ਹੋ ਕੇ ਇਹ ਚੀਜ਼ਾਂ ਦੇ ਦਿੱਤੀਆਂ, ਇਹ ਚੀਜ਼ਾਂ ਤਾਂ ਨਾਸ਼ ਹੋ ਜਾਣੀਆਂ। ਇਹ ਚੀਜ਼ਾਂ ਸਦਾ ਰਹਿਣ ਵਾਲੀਆਂ ਥੋੜੀ ਹੈ। ਵਾਹਿਗੁਰੂ ਜੀ ਕੋਲੋਂ ਸੁੱਖ ਮੰਗਾਂਗੇ, ਯਾਦ ਰੱਖਿਓ ਉਹ ਸੁੱਖ ਦੇ ਪਿੱਛੇ ਦੁੱਖ ਵੀ ਛਿਪਿਆ ਹੋਏਗਾ। ਸੁੱਖ ਦੇ ਨਾਲ ਦੁੱਖ ਹੈ, ਪਰ ਪਰਮਾਤਮਾ ਕੋਲੋਂ ਉਹ ਚੀਜ਼ ਮੰਗੋ ਜਿਹੜੀ ਚੀਜ਼ ਵਿੱਚ ਆਨੰਦ ਹੋਵੇ। ਆਨੰਦ ਤਾਂ ਪਰਮਾਤਮਾ ਦੇ ਨਾਮ ਵਿੱਚ ਹੀ ਹੈ। ਜਿਹਦੇ ਕੋਲ ਆਨੰਦ ਆ ਗਿਆ, ਇਹ ਸੁੱਖ ਸਹੂਲਤਾਂ ਕਿਤੇ ਪਿੱਛੇ ਥੋੜੀ ਰਹਿ ਜਾਣੀਆਂ, ਇਹ ਤਾਂ ਸਾਰੀਆਂ ਮਿਲ ਜਾਣੀਆਂ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਦੇ ਅੱਗੇ ਲਾਈਨ ਲੱਗੀ ਹੈ। ਕੋਈ ਸਤਿਗੁਰੂ ਜੀ ਕੋਲੋਂ ਪੁੱਤਰ ਮੰਗ ਰਿਹਾ, ਕੋਈ ਪੈਸਾ ਮੰਗ ਰਿਹਾ, ਕੋਈ ਧਨ, ਕੋਈ ਜ਼ਮੀਨ ਜਾਇਦਾਦ ਮੰਗ ਰਿਹਾ, ਕੋਈ ਕੁਝ ਮੰਗ ਰਿਹਾ, ਬੜੀਆਂ ਦਾਤਾਂ ਮੰਗ ਰਹੇ ਹੈ। ਪਰ ਉਹ ਲਾਈਨ ਦੇ ਵਿੱਚ ਭਾਈ ਲਹਿਣਾ ਜੀ ਵੀ ਖੜੇ ਐ। ਭਾਈ ਲਹਿਣਾ ਜੀ ਦੀ ਵਾਰੀ ਆਈ। ਮਹਾਰਾਜ ਕਹਿਣ ਲੱਗੇ, ਲਹਿਣਿਆ ਤੂੰ ਵੀ ਮੰਗ, ਕੀ ਮੰਗਦਾ? ਆ ਦੇਖ ਤੇਰੇ ਸਾਹਮਣੇ ਕਿੰਨਿਆਂ ਨੇ ਕਿੰਨੀਆਂ ਦਾਤਾਂ ਮੰਗੀਆਂ। ਅੱਜ ਤੈਨੂੰ ਵੀ ਪਰਮਾਤਮਾ ਦੇ ਘਰ ਤੋਂ ਅਸੀਂ ਦਾਤਾਂ ਲੈ ਕੇ ਦੇ ਦੇਵਾਂਗੇ। ਮੰਗ ਕੀ ਮੰਗਦਾ ਲਹਿਣਿਆ? ਉਦੋਂ ਭਾਈ ਲਹਿਣਾ ਜੀ ਨੇ ਜਿਹੜੀ ਮੰਗ ਮੰਗੀ ਸੀ, ਉਹ ਅਸੀਂ ਆਪਣੇ ਮਨ 'ਚ ਬਿਠਾਈਏ, ਅਸੀਂ ਵੀ ਉਹ ਮੰਗ ਮੰਗਿਆ ਕਰੀਏ। ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਨੇ ਹੋ ਨਾ, ਇਹੋ ਜੀ ਮੰਗ ਮੰਗਿਆ ਕਰੋ। ਆ ਕਿਹੜੀਆਂ ਮੰਗਾਂ ਮੰਗਦੇ ਆ? ਇਹ ਮੰਗਾਂ ਤਾਂ ਨਾਸ਼ਵੰਤ ਹੈ। ਇਹ ਮੰਗਾਂ ਦੇ ਪਿੱਛੇ ਦੁੱਖ ਛੁਪਿਆ ਹੋਇਆ ਸਾਨੂੰ ਨਹੀਂ ਦਿਖਦਾ। ਸਾਨੂੰ ਸੁੱਖ ਦਿਖ ਰਿਹਾ, ਸਾਨੂੰ ਦੁੱਖ ਨਹੀਂ ਦਿਖ ਰਿਹਾ। ਪਰ ਜਿਹੜੀ ਮੰਗ ਭਾਈ ਲਹਿਣਾ ਜੀ ਨੇ ਕਿਸੇ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕੋਲੋਂ ਮੰਗੀ ਸੀ, ਉਹ ਮੰਗ ਕਿਤੇ ਆਪਾਂ ਵੀ ਮੰਗੀਏ, ਸਾਡਾ ਜੀਵਨ ਆਨੰਦ ਨਾਲ ਭਰ ਜਾਏਗਾ। ਕਿਹੜੀ ਮੰਗ ਮੰਗੀ?
ਭਾਈ ਲਹਿਣਾ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੰਗਤ ਨੇ ਆਪ ਜੀਆਂ ਪਾਸੋਂ ਬੜੀਆਂ ਦਾਤਾਂ ਮੰਗੀਆਂ। ਕਿਸੇ ਨੇ ਪੁੱਤ ਮੰਗਿਆ, ਕਿਸੇ ਨੇ ਦੁੱਧ ਮੰਗਿਆ, ਕਿਸੇ ਨੇ ਘਰ ਮੰਗਿਆ, ਕਿਸੇ ਨੇ ਜਾਇਦਾਦ ਮੰਗੀ ਹੈ। ਪਰ ਦਾਤਾ ਜੀ, ਮੈਨੂੰ ਦਾਤਾਂ ਨਹੀਂ ਚਾਹੀਦੀਆਂ, ਮੈਨੂੰ ਦਾਤਾਂ ਦੇ ਪਿੱਛੋਂ ਬਿੰਦੀ ਹਟਾ ਦਿਓ, ਮੈਨੂੰ ਦਾਤਾ ਚਾਹੀਦਾ ਹੈ, ਮੈਨੂੰ ਆਪ ਜੀ ਚਾਹੀਦੇ ਹੋ। ਐ ਪਰਮਾਤਮਾ, ਐ ਮੇਰੇ ਗੁਰੂ ਨਾਨਕ ਦੇਵ ਮਹਾਰਾਜ, ਤੁਸੀਂ ਮੇਰੇ ਹਿਰਦੇ ਰੂਪੀ ਘਰ ਵਿੱਚ ਵਸ ਜਾਓ, ਮੈਨੂੰ ਇਹੀ ਚਾਹੀਦਾ। ਗੁਰਮਖੋ, ਜਿਹਦੇ ਹਿਰਦੇ ਰੂਪੀ ਘਰ ਵਿੱਚ ਦਾਤਾ ਵਸ ਗਿਆ, ਦਾਤਾਂ ਪਿੱਛੇ ਥੋੜੀ ਰਹਿ ਜਾਂਦੀਆਂ, ਦਾਤੇ ਦੇ ਨਾਲ ਹੀ ਦਾਤਾਂ ਆ ਜਾਣੀਆਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਆਸ ਅਨਿਤ, ਉਹ ਆਸਾਂ ਛੱਡ ਦਿਓ ਜਿਹੜੀਆਂ ਨਾਸਵੰਤ ਹੈ। ਜਿਹੜੀਆਂ ਆਸਾਂ ਨੇ ਸਦਾ ਨਹੀਂ ਰਹਿਣਾ, ਤਿਆਗੋ ਤਰੰਗ, ਆਪਣੇ ਮਨ ਵਿੱਚ ਇਹ ਲਹਿਰਾਂ ਨੂੰ ਖਤਮ ਕਰ ਦਿਓ। ਸੰਤ ਜਨਾ ਕੀ ਧੂਰ ਮਨ ਮੰਗ, ਜੇ ਕੁਝ ਮੰਗਣਾ ਹੀ ਹੈ ਉਹ ਰੱਬ ਨਾਲ ਜੁੜੇ ਹੋਏ ਸੰਤ ਜਨਾਂ ਦੇ ਪੈਰਾਂ ਦੀ ਖਾਕ ਨੂੰ ਮੰਗ, ਰੱਬ ਨਾਲ ਜੁੜੇ ਹੋਏ ਸੰਤਾਂ ਦੇ ਚਰਨਾਂ ਦੀ ਧੂੜ ਨੂੰ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰਹੋ। ਆਪ ਛੋੜ, ਆਪਣੇ ਮਨ ਵਿੱਚੋਂ ਹੰਕਾਰ ਨੂੰ ਛੱਡ ਦੇ, ਆਪਾ ਭਾਵ ਛੱਡ ਦੇ, ਬੇਨਤੀ ਕਰੋ। ਉਹ ਪਰਮਾਤਮਾ ਅੱਗੇ ਅਰਦਾਸ ਕਰੋ, ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰੋ। ਕਿਹੜੀ? ਸਾਧ ਸੰਗ ਅਗਨ ਸਾਗਰ ਤਰੋ। ਐ ਪਰਮਾਤਮਾ ਜੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਸਾਧੂਆਂ ਦੀ ਸੰਗਤ ਬਖਸ਼ੋ। ਮੈਂ ਆਪ ਜੀ ਦੀ ਸੰਗਤ ਨੂੰ ਲੋਚਦਾ ਹਾਂ। ਕਿਹੜੀ ਸੰਗਤ? ਜਿਹੜੀ ਸੰਗਤ ਵਿੱਚ ਜਾ ਕੇ ਇਨਸਾਨ ਵਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਮਹਾਰਾਜ, ਮੈਨੂੰ ਸੰਗਤ ਬਖਸ਼ੋ। ਹਰ ਧਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਹਰ ਧਨ ਕੇ ਭਰ ਲਿਹੋ ਭੰਡਾਰ, ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਮਹਾਰਾਜ ਕਹਿੰਦੇ ਇਕੱਠਾ ਕਰ। ਉਹ ਧਨ ਇਕੱਠਾ ਕਰ ਜਿਹੜੇ ਧਨ ਨੇ ਤੇਰੇ ਨਾਲ ਜਾਣਾ। ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਧਨ ਨੂੰ ਇਕੱਠਾ ਕਰ। ਨਾਨਕ ਗੁਰ ਪੂਰੇ ਨਮਸਕਾਰ, ਆਪਣੇ ਪੂਰੇ ਗੁਰੂ ਨੂੰ ਨਮਸਕਾਰ ਕਰਿਆ ਕਰ। ਨਾਮ ਦਾ ਧਨ ਤੈਨੂੰ ਆਪਣੇ ਗੁਰੂ ਪਾਸੋਂ ਮਿਲੇਗਾ। ਨਾਮ ਦਾ ਧਨ ਕਿੱਥੋਂ ਮਿਲਦਾ? ਜਦੋਂ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਵਾਂਗੇ। ਤਾਂ ਹੀ ਸਿੱਖ ਹਰ ਰੋਜ਼ ਅਰਦਾਸ ਵਿੱਚ ਇਹ ਮੰਗ ਮੰਗਦਾ, ਮਹਾਰਾਜ ਦਾਨਾ ਸਿਰ ਦਾਨ, ਨਾਮ ਦਾਨ, ਮੈਨੂੰ ਨਾਮ ਦੀ ਦਾਤ ਬਖਸ਼ੋ। ਇਹ ਨਾਮ ਸਾਰੇ ਦਾਨਾਂ ਤੋਂ ਸ੍ਰੇਸ਼ਟ ਦਾਨ ਹੈ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਖੇਮ ਕੁਸਲ ਸਹਿਜ ਆਨੰਦ। ਖੇਮ ਤੋਂ ਭਾਵ ਹੈ ਅਟਲ ਸੁਖ, ਜਿਹੜਾ ਸੁਖ ਨਹੀਂ ਖਤਮ ਹੋਏਗਾ। ਕੁਸਲ ਤੋਂ ਭਾਵ ਹੈ ਸੁਖ ਸ਼ਾਂਤ। ਮਹਾਰਾਜ ਕਹਿ ਰਹੇ ਨੇ, ਤੈਨੂੰ ਅਟਲ ਸੁਖ, ਸੌਖਾ ਜੀਵਨ ਤੇ ਆਤਮਿਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਏਗਾ। ਸਾਧ ਸੰਗ ਭਜ ਪਰਮਾਨੰਦ। ਤੂੰ ਸਤ ਸੰਗਤ ਵਿੱਚ ਜਾ ਕੇ ਉਸ ਪਰਮ ਆਨੰਦ ਪਰਮਾਤਮਾ ਨੂੰ ਸਿਮਰਿਆ ਕਰ। ਗੁਰਮੁਖੋ, ਸੰਗਤ ਦਾ ਸਾਡੇ ਜੀਵਨ ਤੇ ਬੜਾ ਵੱਡਾ ਪ੍ਰਭਾਵ ਪੈਂਦਾ। ਜਿਹੋ ਜੀ ਸੰਗਤ ਕਰਾਂਗੇ, ਉਹੋ ਜੀ ਸਾਡੇ ਤੇ ਰੰਗਤ ਚੜ੍ਹਦੀ ਹੈ, ਉਹੋ ਜਿਹਾ ਸਾਡਾ ਜੀਵਨ ਹੋ ਜਾਂਦਾ। ਜੇ ਮਾੜੇ ਪੁਰਸ਼ਾਂ ਦੀ ਸੰਗਤ ਕਰਾਂਗੇ, ਸਾਡੇ ਜੀਵਨ ਵਿੱਚ ਔਗਣ ਆਣੇ ਸ਼ੁਰੂ ਹੋ ਜਾਣਗੇ, ਕਿਉਂਕਿ ਸੰਗਤ ਆਪਣਾ ਪ੍ਰਭਾਵ ਪਾਏਗੀ। ਗਲਿਆ ਫਲ ਹੋਵੇ ਨਾ ਜੀ, ਗਲੇ ਫਲ ਦੇ ਕੋਲ ਇੱਕ ਵਧੀਆ ਫਰੈਸ਼ ਫਲ, ਚੰਗਾ ਫਲ ਰੱਖ ਦਿਓ। 2 ਦਿਨ ਬਾਅਦ ਤੁਸੀਂ ਦੇਖੋਗੇ ਜਿਹੜਾ ਚੰਗਾ ਫਲ ਗਲੇ ਹੋਏ ਫਲ ਦੇ ਨਾਲ ਰੱਖਿਆ ਹੋਏਗਾ, ਉਹ ਗਲਿਆ ਫਲ ਚੰਗੇ ਫਲ ਨੂੰ ਵੀ ਗਾਲ ਦੇਗਾ, ਖਰਾਬ ਕਰ ਦੇਗਾ। ਇਸੇ ਤਰ੍ਹਾਂ ਮਾੜੇ ਪੁਰਸ਼ਾਂ ਦੀ ਸੰਗਤ ਵਿੱਚ ਜਾਓਗੇ ਤਾਂ ਤੁਹਾਡਾ ਜੀਵਨ ਵੀ ਬਰਬਾਦ ਹੋ ਜਾਏਗਾ।
ਅਰਦਾਸ ਕਰਿਆ ਕਰੋ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਦੇ ਵੀ ਆਪਣੇ ਦਰੋਂ ਧੱਕੇ ਹੋਇਆਂ ਦੀ ਸੰਗਤ ਨਾ ਬਖਸ਼ੀ। ਸਾਡੇ ਤੇ ਕਿਰਪਾ ਕਰੀ, ਉਹਨਾਂ ਦੀ ਸੰਗਤ ਬਖਸ਼ੀ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਹਨ। ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਮੈਨੂੰ ਉਹੀ ਗੁਰਮੁਖਾਂ ਦਾ ਮੇਲ ਕਰਾਈ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਆਉਣ ਨਾਲ ਮੈਨੂੰ ਤੁਹਾਡਾ ਨਾਮ ਚੇਤੇ ਆਵੇ। ਮਾੜੇ ਪੁਰਸ਼ਾਂ ਦੀ ਸੰਗਤ ਵਿੱਚ ਜਾਓਗੇ, ਸ਼ਰਾਬੀ ਦੀ ਸੰਗਤ ਵਿੱਚ ਜਾਓਗੇ, ਹੌਲੀ ਹੌਲੀ ਸ਼ਰਾਬੀ ਤੁਹਾਡੇ ਤੇ ਪ੍ਰਭਾਵ ਪਾਏਗਾ, ਤੁਹਾਡਾ ਮਨ ਵੀ ਅੰਦਰੋਂ ਆਵਾਜ਼ ਮਾਰੇਗਾ ਵੀ ਤੂੰ ਵੀ ਸ਼ਰਾਬ ਪੀ। ਸੰਗਤ ਆਪਣਾ ਪ੍ਰਭਾਵ ਪਾਉਂਦੀ ਹੈ। ਤੇ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਜਾਓਗੇ, ਰੱਬ ਨਾਲ ਜੁੜਿਆਂ ਹੋਇਆਂ ਦੀ ਸੰਗਤ ਕਰੋਗੇ ਤੇ ਤੁਹਾਡੇ ਮਨ ਵਿੱਚੋਂ ਵੀ ਆਵਾਜ਼ ਆਏਗੀ ਵੇ ਮਨਾ, ਜਿਵੇਂ ਇਹ ਨਾਮ ਵਿੱਚ ਰੰਗਿਆ ਤੂੰ ਵੀ ਨਾਮ ਵਿੱਚ ਰੰਗ ਹੋ, ਤੂੰ ਵੀ ਪਰਮਾਤਮਾ ਦਾ ਨਾਮ ਜਪ, ਤੂੰ ਵੀ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸਾਡੇ ਮਨ ਵਿੱਚੋਂ ਆਵਾਜ਼ ਆਏਗੀ ਜਦੋਂ ਅਸੀਂ ਰੰਗੇ ਹੋਏ ਦੀ ਸੰਗਤ ਕਰਾਂਗੇ। ਤਾਂ ਹੀ ਸਤਿਗੁਰੂ ਜੀ ਕਹਿ ਰਹੇ ਨੇ, ਸਾਧ ਸੰਗ ਭਜ ਪਰਮਾਨੰਦ। ਸਤ ਸੰਗਤ ਵਿੱਚ ਜਾ ਕੇ, ਸਾਧੂਆਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਨਰਕ ਨਿਵਾਰ ਉਧਾਰ ਹੋ ਜੀਓ, ਗੁਣ ਗੋਵਿੰਦ ਅੰਮ੍ਰਿਤ ਰਸ ਪੀਓ। ਨਰਕ ਨਿਵਾਰ ਉਧਾਰ ਹੋ ਜੀਓ, ਆਪਣੀ ਜਿੰਦ ਨੂੰ ਨਰਕਾਂ ਤੋਂ ਬਚਾ ਲੈ, ਨਰਕਾਂ ਤੋਂ ਦੂਰ ਕਰ ਲੈ ਆਪਣੀ ਜਿੰਦ ਨੂੰ। ਕਿਵੇਂ ਨਰਕਾਂ ਤੋਂ ਦੂਰ ਹੋਏਗਾ? ਗੁਣ ਗੋਵਿੰਦ ਅੰਮ੍ਰਿਤ ਰਸ ਪੀਓ। ਉਹ ਗੋਵਿੰਦ ਦੇ ਗੁਣ ਗਾ, ਉਹ ਪਰਮਾਤਮਾ ਦੇ ਗੁਣ ਗਾ, ਜਿਹੜੇ ਵਾਹਿਗੁਰੂ ਜੀ ਦੇ ਗੁਣ ਗਾਣ ਨਾਲ ਤੂੰ ਨਰਕਾਂ ਤੋਂ ਦੂਰ ਹੋ ਜਾਏਗਾ, ਤੂੰ ਨਰਕਾਂ ਵਿੱਚ ਨਹੀਂ ਜਾਏਗਾ। ਚਿਤ ਚਿਤ ਵਹੁ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਚਿਤ ਚਿਤ ਵੋ ਨਾਰਾਇਣ ਏਕ। ਐ ਮੇਰਿਆ ਮਨਾ, ਉਹ ਪਰਮਾਤਮਾ ਦਾ ਧਿਆਨ ਸਦਾ ਹੀ ਆਪਣੇ ਚੇਤੇ ਅੰਦਰ ਧਰਿਆ ਕਰ, ਉਹ ਵਾਹਿਗੁਰੂ ਜੀ ਨੂੰ ਸਦਾ ਹੀ ਯਾਦ ਰੱਖਿਆ ਕਰ। ਏਕ ਰੂਪ ਜਾ ਕੇ ਰੰਗ ਅਨੇਕ। ਜਿਹੜੇ ਵਾਹਿਗੁਰੂ ਜੀ ਦੇ, ਜਿਹੜੇ ਪਰਮਾਤਮਾ ਅਨੇਕਾਂ ਰੰਗਾਂ ਵਿੱਚ ਵਰਤ ਰਿਹਾ ਹੈ, ਜਿਹੜੇ ਪਰਮਾਤਮਾ ਦੇ ਅਨੇਕਾਂ ਰੰਗ ਹਨ, ਉਹ ਵਾਹਿਗੁਰੂ ਜੀ ਨੂੰ ਸਦਾ ਆਪਣੇ ਜ਼ਿਹਨ ਵਿੱਚ ਰੱਖਿਆ ਕਰ, ਆਪਣੇ ਮਨ ਵਿੱਚ ਸਦਾ ਉਹਨੂੰ ਯਾਦ ਕਰਿਆ ਕਰ। ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਗੋਪਾਲ ਦਮੋਦਰ ਦੀਨ ਦਿਆਲ। ਗੋਪਾਲ ਤੋਂ ਭਾਵ ਹੈ ਧਰਤੀ ਦਾ ਪਾਲਕ। ਗੋ ਤੋਂ ਭਾਵ ਹੈ ਧਰਤੀ, ਪਾਲ ਤੋਂ ਭਾਵ ਹੈ ਪਾਲਕ। ਉਹ ਧਰਤੀ ਦਾ ਪਾਲਕ ਪਰਮਾਤਮਾ ਵਾਹਿਗੁਰੂ ਸਭ ਉੱਤੇ ਦਇਆ ਕਰਨ ਵਾਲਾ ਹੈ। ਦੁਖ ਭੰਜਨ ਪੂਰਨ ਕਿਰਪਾਲ, ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਪਰਮਾਤਮਾ ਦਾ ਨਾਮ ਹੀ ਦੁੱਖਾਂ ਦਾ ਖੰਡਨ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਭਾਈ, ਉਹ ਵਾਹਿਗੁਰੂ ਜੀ ਦੇ ਨਾਮ ਨੂੰ ਹਰ ਸਮੇਂ ਚੇਤੇ ਰੱਖਿਆ ਕਰ। ਉਹ ਪਰਮਾਤਮਾ ਮਿਹਰ ਦਾ ਘਰ ਹੈ। ਉਹ ਵਾਹਿਗੁਰੂ ਜੀ ਹਰ ਇੱਕ ਤੇ ਕਿਰਪਾ ਕਰਨ ਵਾਲਾ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਸਿਮਰ ਸਿਮਰ ਨਾਮ ਬਾਰੰਬਾਰ। ਉਹ ਪਰਮਾਤਮਾ ਦਾ ਨਾਮ ਮੁੜ ਮੁੜ ਕੇ ਯਾਦ ਕਰਿਆ ਕਰ। ਬਾਰੰਬਾਰ ਤੋਂ ਭਾਵ ਹੈ ਮੁੜ ਮੁੜ ਕੇ। ਬੜੀ ਵਾਰ ਮਨ ਵਿੱਚ ਆ ਜਾਂਦਾ ਵੀ ਪਰਮਾਤਮਾ ਦਾ ਨਾਮ ਬਾਰ-ਬਾਰ ਲੈਣ ਨਾਲ ਕੀ ਹੁੰਦਾ ਹੈ। ਇਹ ਤਾਂ ਤੋਤਾ ਰਟਣ ਹੈ। ਵਾਰ-ਵਾਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਣਾ ਚਾਹੀਦਾ, ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਚਾਹੀਦਾ। ਪਰ ਮੇਰਿਆ ਮਨਾ, ਤੈਨੂੰ ਸਤਿਗੁਰੂ ਜੀ ਕਹਿ ਰਹੇ ਹਨ, ਤੈਂ ਆਪਣੀ ਮਰਜ਼ੀ ਨਾਲ ਨਾਮ ਨਹੀਂ ਜਪਣਾ। ਤੂੰ ਦੂਜੇ ਦੇ ਕਹਿਣ ਤੇ ਕਿਤੇ ਨਾਮ ਜਪਣਾ ਛੱਡ ਨਾ ਦੇਈਂ ਵੀ ਬਾਰ-ਬਾਰ ਜਪਣ ਨਾਲ ਕੁਝ ਨਹੀਂ ਹੁੰਦਾ। ਤੂੰ ਆਪਣੇ ਗੁਰੂ ਜੀ ਤੋਂ ਪੁੱਛ, ਤੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਪੁੱਛ, ਮਹਾਰਾਜ ਮੈਂ ਨਾਮ ਕਿੰਨੀ ਕੁ ਵਾਰ ਜਪਾਂ?
ਫਿਰ ਸਤਿਗੁਰੂ ਜੀ ਕਹਿਣਗੇ ਸਿਮਰ ਸਿਮਰ ਨਾਮ ਬਾਰੰਬਾਰ, ਤੂੰ ਪਰਮਾਤਮਾ ਦਾ ਨਾਮ ਮੁੜ ਮੁੜ ਕੇ ਜਪਿਆ ਕਰ। ਅੱਜ ਤੂੰ ਕਹਿ ਰਿਹਾ ਵੀ ਵਾਹਿਗੁਰੂ ਜੀ ਦਾ ਨਾਮ ਬਾਰ-ਬਾਰ ਜਪਣ ਨਾਲ ਕੀ ਹੁੰਦਾ ਹੈ? ਤੂੰ ਕਦੇ ਇਹ ਸੋਚਿਆ ਵੀ ਪ੍ਰਸ਼ਾਦਾ ਬਾਰ-ਬਾਰ ਛਕਣ ਨਾਲ ਕੀ ਹੁੰਦਾ ਹੈ? ਕਿਉਂ ਛਕਦੇ ਆ ਬਾਰ-ਬਾਰ? ਇੱਕ ਟਾਈਮ ਪ੍ਰਸ਼ਾਦਾ ਛਕ ਲੋ, ਇੱਕ ਵਾਰੀ ਜ਼ਿੰਦਗੀ 'ਚ ਪ੍ਰਸ਼ਾਦਾ ਛਕ ਲੋ, ਬਾਰ-ਬਾਰ ਕਿਉਂ ਛਕਦੇ ਆ? ਆ ਸਾਹ ਲੈ ਰਹੇ ਆ, ਇੱਕ ਵਾਰ ਸਾਹ ਲੈ ਲਓ, ਬਾਰ-ਬਾਰ ਸਾਹ ਕਿਉਂ ਲੈ ਰਹੇ ਹੋ? ਪਾਣੀ ਇੱਕ ਵਾਰ ਪੀ ਲਓ, ਬਾਰ-ਬਾਰ ਕਿਉਂ ਪੀ ਰਹੇ ਹੋ? ਆ ਸੂਰਜ ਇੱਕ ਵਾਰ ਚੜ ਜਾਏ, ਬਾਰ-ਬਾਰ ਕਿਉਂ ਚੜ ਰਿਹਾ? ਰਾਤ ਆਉਂਦੀ ਹੈ ਫਿਰ ਸੂਰਜ ਚੜਦਾ, ਕਿਉਂ ਚੜ ਰਿਹਾ? ਰਾਤ ਹੈ ਤਾਂ ਰਾਤ ਪਈ ਰਵੇ, ਪਰ ਨਹੀਂ, ਇਹਨਾਂ ਵਿੱਚ ਕੁਝ ਨਾ ਕੁਝ ਹੈ। ਜੇ ਪ੍ਰਸ਼ਾਦਾ ਬਾਰ-ਬਾਰ ਛਕਦੇ ਆ, ਪ੍ਰਸ਼ਾਦਾ ਨਹੀਂ ਛਕਾਂਗੇ, ਸਾਡੀ ਸਰੀਰ ਦੀ ਮੌਤ ਹੈ। ਪਾਣੀ ਬਾਰ-ਬਾਰ ਕਿਉਂ ਪੀ ਰਹੇ ਆ? ਪਾਣੀ ਪੀਣ ਦੇ ਨਾਲ ਇਨਸਾਨ ਜਿਉਂਦਾ ਰਹਿੰਦਾ ਹੈ। ਸਾਹ ਬਾਰ-ਬਾਰ ਕਿਉਂ ਲੈ ਰਹੇ ਆ? ਜਦੋਂ ਸਾਹ ਆਉਣਾ ਬੰਦ ਹੋ ਗਿਆ, ਸਰੀਰ ਦੀ ਮੌਤ ਹੋ ਜਾਏਗੀ। ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਸਿਮਰਨ ਬਾਰ-ਬਾਰ ਕਿਉਂ ਕਰ ਰਹੇ ਆ? ਬਾਰ-ਬਾਰ ਬਾਣੀ ਨੂੰ ਕਿਉਂ ਪੜ੍ਹ ਰਹੇ ਆ? ਬਾਰ-ਬਾਰ ਬਾਣੀ ਨੂੰ ਤਾਂ ਪੜ੍ਹ ਰਹੇ ਆ ਵੀ ਸਾਡਾ ਮਨ ਜਿਉਂਦਾ ਰਹੇ, ਕਿਤੇ ਮਨ ਮਰ ਨਾ ਜਾਏ, ਸਾਡੀ ਆਤਮਾ ਦੀ ਕਿਤੇ ਮੌਤ ਨਾ ਹੋ ਜਾਏ। ਇਹ ਆਤਮਾ ਜਿਉਂਦੀ ਰਹੇ। ਆਤਮਾ ਨੂੰ ਬਲਵਾਨ ਰੱਖਣ ਵਾਸਤੇ, ਆਤਮਾ ਨੂੰ ਸ਼ਕਤੀਸ਼ਾਲੀ ਰੱਖਣ ਵਾਸਤੇ, ਜਿਉਂਦੀ ਰੱਖਣ ਵਾਸਤੇ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਤੈਨੂੰ ਮੈਂ ਨਹੀਂ ਕਹਿ ਰਿਹਾ, ਇਹ ਸਤਿਗੁਰੂ ਜੀ ਦੀ ਬਾਣੀ ਕਹਿ ਰਹੀ ਹੈ। ਫੈਸਲਾ ਤੇਰੇ ਹੱਥ ਹੈ, ਤੂੰ ਬਾਣੀ ਨੂੰ ਮੰਨਣਾ ਹੈ ਜਾਂ ਕਿਸੇ ਆਮ ਇਨਸਾਨ ਦੀ ਗੱਲ ਨੂੰ ਮੰਨਣਾ। ਮਹਾਰਾਜ ਕਹਿੰਦੇ ਸਿਮਰ ਸਿਮਰ ਨਾਮ ਬਾਰੰਬਾਰ, ਪਰਮਾਤਮਾ ਦਾ ਨਾਮ ਮੁੜ ਮੁੜ ਕੇ ਚੇਤੇ ਕਰਿਆ ਕਰ, ਬਾਰ-ਬਾਰ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰ। ਨਾਨਕ ਜੀ ਕਾ ਇਹ ਹੈ ਆਧਾਰ। ਮਹਾਰਾਜ ਕਹਿੰਦੇ ਤੇਰੀ ਜਿੰਦ ਦਾ ਆਸਰਾ ਪਰਮਾਤਮਾ ਦਾ ਨਾਮ ਹੀ ਹੈ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਉੱਤਮ ਬਚਨ, ਉੱਤਮ ਸ਼ਲੋਕ, ਸਾਧ ਕੇ ਬਚਨ। ਮਹਾਰਾਜ ਕਹਿੰਦੇ ਸਾਧ ਦੇ ਬਚਨ, ਸਾਧੂਆਂ ਦੇ ਬਚਨ ਸਭ ਤੋਂ ਚੰਗੀ ਸਿਫਤ ਸਲਾਹ ਦੀ ਬਾਣੀ ਹੈ, ਉੱਤਮ ਬਾਣੀ ਹੈ। ਅਮਲੀਕ ਲਾਲ ਇਹ ਰਤਨ, ਇਹ ਅਮੋਲਕ ਲਾਲ ਹੈ, ਜਿਹੜੇ ਲਾਲ ਦਾ ਕੋਈ ਮੁੱਲ ਨਹੀਂ। ਅਮਲੀਕ ਤੋਂ ਭਾਵ ਹੈ ਜਿਹਦਾ ਕੋਈ ਮੁੱਲ ਨਹੀਂ ਹੈ, ਅਮੋਲਕ। ਇਹ ਰਤਨ, ਇਹ ਅਮੋਲਕ ਰਤਨ ਹੈ। ਦੁਨੀਆ ਵਿੱਚ ਬੜੇ ਮਹਿੰਗੇ ਮਹਿੰਗੇ ਲਾਲ ਹਨ। ਆ ਸਾਡੀ ਭਾਰਤ ਦੀ ਧਰਤੀ ਤੇ ਇੱਕ ਹੀਰਾ ਹੋਇਆ ਜਿਹਦਾ ਨਾਮ ਹੈ ਕੋਹੇ ਨੂਰ। ਮਹਾਰਾਜਾ ਰਣਜੀਤ ਸਿੰਘ ਕੋਲ ਇਹ ਹੀਰਾ ਆਇਆ, ਪਰ ਅੱਜ ਉਹ ਹੀਰਾ ਲੰਡਨ ਦੀ ਧਰਤੀ ਤੇ ਹੈ। ਸਾਰਿਆਂ ਨੇ ਕਿਹਾ ਇਹਦਾ ਮੁੱਲ ਨਹੀਂ ਪੈ ਸਕਦਾ, ਬੜਾ ਬੇਸ਼ੁਮਾਰ ਕੀਮਤੀ ਹੀਰਾ ਹੈ। ਪਰ ਅੱਜ ਲੰਡਨ ਦੀ ਧਰਤੀ ਤੇ ਕੋਹੇ ਨੂਰ ਹੀਰੇ ਦਾ ਵੀ ਮੁੱਲ ਪੈ ਗਿਆ। ਕਿੰਨਾ ਮੁੱਲ? 30 ਲੱਖ ਪੌਂਡ ਉਹ ਕੋਹੇ ਨੂਰ ਦੇ ਹੀਰੇ ਦਾ ਮੁੱਲ ਪਿਆ। ਪਰ ਪਰਮਾਤਮਾ ਦੇ ਨਾਮ ਰੂਪੀ ਹੀਰਾ ਇੰਨਾ ਮਹਿੰਗਾ। ਮਹਾਰਾਜ ਕਹਿੰਦੇ ਦੁਨੀਆ ਵਿੱਚ ਜਿੰਨੇ ਮਹਿੰਗੇ ਮਹਿੰਗੇ ਹੀਰੇ ਹੋਣ ਉਹਨਾਂ ਦਾ ਮੁੱਲ ਪੈ ਸਕਦਾ, ਪਰ ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪੈ ਸਕਦਾ। ਅਮਲੀਕ ਲਾਲ ਇਹ ਰਤਨ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਅਮੋਲ ਹੈ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸੁਨਤ ਕਮਾਵਤ ਹੋਤ ਨਿਹਾਲ, ਆਪ ਤਰੈ ਲੋਕਹਿ ਨਿਸਤਾਰ। ਸੁਨਤ ਕਮਾਵਤ ਹੋਤ ਨਿਹਾਲ। ਸਤਿਗੁਰੂ ਜੀ ਦੀ ਬਾਣੀ ਨੂੰ ਇਨਸਾਨ ਸੁਣੇ, ਆਪਣੇ ਕੰਨਾਂ ਨਾਲ ਸੁਣੇ। ਜਿਹੜੀ ਬਾਣੀ ਸੁਣ ਰਿਹਾ ਉਹ ਬਾਣੀ ਨੂੰ ਕਮਾਵੇ, ਆਪਣੀ ਜ਼ਿੰਦਗੀ ਅੰਦਰ ਕਮਾਈ ਕਰੇ, ਭਾਵ ਉਹ ਬਾਣੀ ਦੇ ਮੁਤਾਬਕ ਚੱਲੇ। ਜੇ ਸੁਣ ਕੇ ਦੂਜੇ ਕੰਨ ਰਾਹੀਂ ਕੱਢ ਦਿੱਤਾ, ਫਿਰ ਮਾਫੀ ਮੰਗ ਕੇ ਬੇਨਤੀ ਕਰਦਾ, ਬਹੁਤਾ ਲਾਭ ਨਹੀਂ ਹੋਏਗਾ। ਬਾਣੀ ਨੂੰ ਸੁਣੋ, ਸੁਣ ਕੇ ਕਮਾਓ, ਭਾਵ ਮੰਨੋ। ਫਿਰ ਮਹਾਰਾਜ ਨੇ ਆਖਿਆ ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨ ਲਿਆ, ਮਹਾਰਾਜ ਕਹਿੰਦੇ ਹੋਤ ਉਧਾਰ, ਉਹਨਾਂ ਦਾ ਬੇੜਾ ਪਾਰ ਹੋ ਗਿਆ। ਆਪ ਤਰੈ ਲੋਕੈ ਨਿਸਤਾਰ। ਜਿਹੜੇ ਬਾਣੀ ਨੂੰ ਸੁਣਦੇ ਹਨ, ਕਮਾਉਂਦੇ ਹਨ, ਮੰਨਦੇ ਹਨ, ਮਹਾਰਾਜ ਕਹਿੰਦੇ ਉਹ ਆਪ ਤਾਂ ਤਰਦੇ ਹੀ ਹੈ ਤੇ ਉਹ ਸੰਸਾਰ ਨੂੰ ਵੀ ਤਾਰ ਦਿੰਦੇ ਹੈ।
सफल जीवन सफलता का संग, जाके मन लागा हर रंग। सफल जीवन सफलता का संग, ਉਹ ਮਨੁੱਖ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ, ਉਹਦਾ ਜੀਵਨ ਸਫਲ ਹੋ ਜਾਂਦਾ। ਸਫਲਤਾ ਕਾ ਸੰਗ, ਜਿਹੜਾ ਵੀ ਉਹਦੇ ਦਰਸ਼ਨ ਕਰਦਾ, ਉਹਦਾ ਸੰਗ ਕਰਦਾ, ਉਹਦੀ ਸੰਗਤ ਕਰਦਾ, ਮਹਾਰਾਜ ਕਹਿੰਦੇ ਉਹ ਵੀ ਸਫਲ ਹੋ ਜਾਂਦਾ। ਕਿਹੜੇ ਮਨੁੱਖ ਦੀ? ਜਿਹਨੇ ਆਪਣੀ ਜ਼ਿੰਦਗੀ ਅੰਦਰ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਇਆ ਹੈ, ਜਿਹਨੇ ਅੱਠੋਂ ਪੈਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਵਾਹਿਗੁਰੂ ਜੀ ਨੂੰ ਯਾਦ ਕੀਤਾ। ਇਹੋ ਜਿਹੇ ਸਾਧੂ ਜਨਾਂ ਦਾ ਜੀਵਨ ਮਹਾਰਾਜ ਕਹਿੰਦੇ ਸਫਲ ਹੈ। ਤੇ ਜਿਹੜਾ ਉਹ ਗੁਰਮੁਖਾਂ ਦੀ ਸੰਗਤ ਕਰਦਾ ਹੈ, ਉਹਦਾ ਵੀ ਜੀਵਨ ਸਫਲ ਹੋ ਜਾਂਦਾ। ਜਾ ਕੇ ਮਨ ਲਾਗਾ ਹਰ ਰੰਗ, ਜਿਹਦੇ ਮਨ ਵਿੱਚ ਪ੍ਰਮਾਤਮਾ ਦਾ ਪਿਆਰ ਬਣਿਆ, ਇਹ ਉਹਦੀ ਗੱਲ ਸਤਿਗੁਰੂ ਜੀ ਕਰ ਰਹੇ ਆ। ਜੈ ਜੈਕਾਰ ਸ਼ਬਦ, ਜੈ ਜੈ ਸ਼ਬਦ ਅਨਾਹਦ ਵਾਜੈ। ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਜੈ ਜੈ ਸ਼ਬਦ ਅਨਾਹਦ ਵਾਜੈ, ਉਸ ਦੇ ਅੰਦਰ ਚੜ੍ਹਦੀ ਕਲਾ ਦੀ ਰੌਣਕ ਲੱਗ ਜਾਂਦੀ ਹੈ। ਉਹ ਹਮੇਸ਼ਾ ਹੀ ਅੰਦਰੋਂ ਚੜ੍ਹਦੀ ਕਲਾ ਵਿੱਚ ਰਹਿੰਦਾ, ਅੰਦਰੋਂ ਖੁਸ਼ ਰਹਿੰਦਾ। ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਜਿਸ ਨੂੰ ਸੁਣ ਕੇ ਭਾਵ ਮਹਿਸੂਸ ਕਰਕੇ ਉਹ ਖੁਸ਼ ਹੁੰਦਾ ਹੈ, ਕਿਉਂਕਿ ਪਰਮਾਤਮਾ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰ ਦਿੰਦਾ ਹੈ। ਪ੍ਰਗਟੇ ਗੋਪਾਲ ਮਹਾਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ। ਪ੍ਰਗਟੇ ਗੋਪਾਲ ਮਹਾਤ ਕੈ ਮਾਥੇ, ਮਹਾਤ ਤੋਂ ਭਾਵ ਹੈ ਉੱਚੀ ਕਰਨੀ ਵਾਲਾ ਮਨੁੱਖ। ਮਹਾਰਾਜ ਕਹਿੰਦੇ ਗੋਪਾਲ ਪ੍ਰਭੂ ਜੀ ਉੱਚੀ ਕਰਨੀ ਵਾਲੇ ਬੰਦੇ ਦੇ ਮੱਥੇ ਉੱਤੇ ਪ੍ਰਗਟ ਹੁੰਦੇ ਹਨ। ਪ੍ਰਗਟੇ ਗੋਪਾਲ, ਪਰਮਾਤਮਾ ਪ੍ਰਗਟ ਹੋ ਜਾਂਦਾ। ਮਹਾਤ ਕੇ ਮਾਥੇ, ਜਿਹਦੀ ਕਰਨੀ ਉੱਚੀ ਹੈ, ਜਿਹੜਾ ਆਪਣੇ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਸਮਝਦਾ, ਜਿਹੜਾ ਆਪਣੇ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਕਮਾਉਂਦਾ ਹੈ, ਮਹਾਰਾਜ ਕਹਿੰਦੇ ਭਾਈ ਉਹਦੇ ਮੱਥੇ ਉੱਤੇ ਪਰਮਾਤਮਾ ਪ੍ਰਗਟ ਹੋ ਜਾਂਦਾ। ਨਾਨਕ ਉਦਰੇ ਤਿਨ ਕੈ ਸਾਥੇ, ਅਜਿਹੇ ਸਾਧੂ ਜਨਾਂ ਦੀ ਸੰਗਤ ਕਰਨ ਨਾਲ ਮਹਾਰਾਜ ਕਹਿੰਦੇ ਮਨੁੱਖਾਂ ਦਾ ਬੇੜਾ ਪਾਰ ਹੋ ਜਾਂਦਾ। ਗੁਰਮੁਖੋ, ਇਹ ਸਨ ਜੋ ਅੱਜ ਆਪਾਂ 24ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕੀਤੀ ਹੈ। 24ਵੀਂ ਅਸ਼ਟਪਦੀ ਦੇ 3 ਪਦਿਆਂ ਦੀ ਅੱਜ ਵਿਚਾਰ ਹੋਈ ਹੈ। ਬਾਣੀ ਦੀ ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਿਓ। ਉਪਦੇਸ਼ ਸਤਿਗੁਰੂ ਜੀ ਦਾ ਜਾਣ ਕੇ ਆਪਣੇ ਹਿਰਦਿਆਂ 'ਚ ਵਸਾਇਓ। ਸੁਖਮਨੀ ਸਾਹਿਬ ਜੀ ਦਾ ਜਾਪ ਕਰਨ ਵਾਲਿਓ, ਸੁਖਮਨੀ ਸਾਹਿਬ ਜੀ ਦੀ ਬਾਣੀ ਕੀ ਕਹਿ ਰਹੀ ਹੈ, ਕਿਤੇ ਇਹ ਵੀ ਵਿਚਾਰ ਕਰਨੀ ਚਾਹੀਦੀ ਹੈ। ਵਿਚਾਰ ਨਾਲ ਬਾਣੀ ਪੜ੍ਹਿਆ ਕਰੋ, ਬਾਣੀ ਦੀ ਵਿਚਾਰ ਕਰਿਆ ਕਰੋ। ਜਦੋਂ ਅਸੀਂ ਬਾਣੀ ਦੀ ਵਿਚਾਰ ਕਰਾਂਗੇ, ਸਾਡਾ ਜੀਵਨ ਚੇਂਜ ਹੋ ਜਾਏਗਾ, ਬਦਲ ਜਾਏਗਾ। ਇਸ ਕਰਕੇ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਈਏ, ਭਾਵ ਮੰਨੀਏ ਵੀ। ਬਾਣੀ ਕੱਲੀ ਪੜ੍ਹੀ ਨਾ ਜਾਈਏ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ। ਸਾਥ ਵਾਲੀ ਗੱਲ ਸਾਡੇ ਨਾਲ ਨਾ ਹੋਵੇ ਵੀ ਅਸੀਂ ਪੜ ਪੜ ਕੇ ਹੀ ਬਸ ਨਹੀਂ। ਜਿਹੜੀ ਚੀਜ਼ ਨੂੰ ਪੜ ਰਹੇ ਹੋ, ਜਿਹੜੀ ਚੀਜ਼ ਦਾ ਪਾਠ ਕਰ ਰਹੇ ਹੋ, ਸਤਿਗੁਰੂ ਜੀ ਦੀ ਬਾਣੀ ਨੂੰ ਪੜੋ, ਗੁਰਬਾਣੀ ਦਾ ਪਾਠ ਕਰੋ, ਪਰ ਉਹ ਬਾਣੀ ਨੂੰ ਆਪਣੇ ਹਿਰਦੇ ਵਿੱਚ ਵੀ ਵਸਾਓ। ਉਹ ਬਾਣੀ ਦੇ ਮੁਤਾਬਕ ਚੱਲੋ ਵੀ। ਜਿੱਦਣ ਬਾਣੀ ਮੁਤਾਬਕ ਚੱਲਣਾ ਸ਼ੁਰੂ ਕਰ ਦਿੱਤਾ, ਫਿਰ ਮਨਾ ਤੂੰ ਦੇਖੇਗਾ ਤੇਰੀ ਜ਼ਿੰਦਗੀ ਵਿੱਚ ਰੌਣਕਾਂ ਲੱਗ ਜਾਣਗੀਆਂ, ਤੇਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਏਗੀ। ਸੋ ਗੁਰਮੁਖੋ, ਉਪਦੇਸ਼ ਸਤਿਗੁਰੂ ਜੀ ਦਾ ਜਾਣ ਕੇ ਹਿਰਦਿਆਂ 'ਚ ਵਸਾਇਓ। ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।